ਬਹੁਤ ਵੱਡਾ ਨੈਕਸਸ ਚੱਲ ਰਿਹਾ ਹੈ। ਨੈਕਸਸ ਮਨੁੱਖੀ ਅੰਗਾਂ ਦੀ ਖਰੀਦੋ ਫਰੋਖਤ ਦਾ। ਮਨੁੱਖੀ ਅੰਗਾਂ ਨੂੰ ਇੱਕ ਬਾਡੀ ਦੇ ਵਿੱਚੋਂ ਕੱਢ ਕੇ ਡੋਨੇਟ ਕਰਨ ਦੇ ਨਾਮ ਦੇ ਉੱਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਵੇਚ ਕੇ ਲੱਖਾਂ ਕਰੋੜਾਂ ਦਾ ਜਿਹੜਾ ਕਾਰੋਬਾਰ ਹੈ, ਕਈ ਹਜ਼ਾਰ ਕਰੋੜ ਦਾ ਜਿਹੜਾ ਕਾਰੋਬਾਰ ਹੈ, ਉਹ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਹੈ। ਪੁਲਿਸ ਮੁਖੀ ਨੇ ਇੱਕ ਟਿੱਪਣੀ ਕੀਤੀ ਸੀ ਕਿ ਐਡਾ ਵੱਡਾ ਰੈਕਟ, ਅੱਖਾਂ ਖੁੱਲੀਆਂ ਰਹਿ ਗਈਆਂ। ਕਹਿੰਦੇ ਸਾਡੇ ਜਦੋਂ ਅਸੀਂ ਸਾਰੀ ਜਾਂਚ ਕੀਤੀ, ਉਹਨਾਂ ਨੇ ਇੱਕ ਟਿੱਪਣੀ ਕੀਤੀ, ਬਕਾਇਦਾ ਕੋਟ ਕੀਤਾ ਕਿ ਅੱਜ ਦੇ ਸਮੇਂ ਵਿੱਚ ਇਹ ਲੱਗ ਰਿਹਾ ਕਿ ਅੰਮ੍ਰਿਤਸਰ ਕਿਡਨੀਆਂ ਦੀ ਮੰਡੀ ਬਣ ਚੁੱਕਿਆ ਹੈ। ਮੀਡੀਓਕਰ ਸੀ, ਉਹ ਜਾਲ ਸੁੱਟਦੇ ਸੀਗੇ, ਗਰੀਬ ਬੰਦਿਆਂ ਨੂੰ ਲੱਭਦੇ ਸੀ ਕਿ ਭਾਈ ਤੁਹਾਨੂੰ 5 ਲੱਖ ਰੁਪਈਆ ਦੇ ਦਾਂਗੇ। ਗਰੀਬ ਬੰਦੇ ਲਈ 5 ਲੱਖ ਰੁਪਈਆ ਬਹੁਤ ਵੱਡੀ ਗੱਲ ਹੈ। ਕਰਨਾ ਕੀ ਪਊਗਾ, ਤੁਸੀਂ ਆਪਣੀ ਕਿਡਨੀ ਡੋਨੇਟ ਕਰਨੀ ਹੈ। ਇਹ ਡਾਕਟਰਸ ਦਾ ਗੈਂਗ, ਕਿਸ ਤਰ੍ਹਾਂ ਦੇ ਡਾਕਟਰ ਹੋਣਗੇ, ਉਹਨਾਂ ਦੀ ਜ਼ਮੀਰ ਕਹੀ ਜੀ ਹੋਏਗੀ। ਪਰਮਿਸ਼ਨ ਦਿੱਤੀ ਜਾਂਦੀ ਹੈ, ਫਿਰ ਵਕੀਲ ਜਿਹੜੇ ਵਕੀਲ ਨੇ ਉਹ ਨਕਲੀ ਨਾ ਕਾਗਜ਼ ਤਿਆਰ ਕਰਦੇ ਆ ਸਾਰੇ, ਨਕਲੀ ਆਇਡੈਂਟੀਟੀ ਕਾਰਡ, ਤੁਹਾਡਾ ਆਧਾਰ ਕਾਰਡ, ਪੈਨ ਕਾਰਡ ਜਾਂ ਵੋਟਰ ਕਾਰਡ ਨਕਲੀ, ਤਾਂ ਕਿ ਮਰੀਜ਼ ਦਾ ਰਿਸ਼ਤੇਦਾਰ ਬਣਾਇਆ ਜਾ ਸਕੇ। ਮਰੀਜ਼ ਦਾ ਰਿਸ਼ਤੇਦਾਰ ਬਣਾ ਕੇ ਉਹ ਗਰੀਬ ਬੰਦੇ ਦੀ ਕਿਡਨੀ ਲੈ ਲਈ ਜਾਂਦੀ ਹੈ ਆਪਰੇਟ ਕਰਕੇ। ਜਿਹੜਾ ਉਹਨੂੰ ਮਿੱਥੇ ਉਹਦੇ ਨਾਲ ਰਕਮ ਕੀਤੀ ਹੁੰਦੀ, ਮੰਨ ਲਓ 3 ਲੱਖ ਦੇਣਾ, 4 ਲੱਖ ਦੇਣਾ, ਉਹ ਨਾ ਦੇ ਕੇ ਉਹਨੂੰ 10-20 ਹਜ਼ਾਰ ਦੇ ਕੇ ਟਰਕਾ ਦਿੰਦੇ ਸੀ, ਭਜਾ ਦਿੰਦੇ ਸੀ। ਸਾਫ਼ ਤੌਰ ਦੇ ਉੱਤੇ ਕਿਹਾ ਕਿ ਮੈਂ ਵੇਚੀ ਆ, ਮੈਨੂੰ ਇਹਨਾਂ ਨੇ ਨਕਲੀ ਡਾਕੂਮੈਂਟ ਬਣਾ ਕੇ ਮੇਰੇ ਤੋਂ ਕਿਡਨੀ ਖਰੀਦੀ ਹੈ ਤੇ ਫਲਾਣੇ ਬੰਦੇ ਨੂੰ ਮੇਰੀ ਕਿਡਨੀ ਡੋਨੇਟ ਕੀਤੀ ਗਈ ਹੈ। ਪਰ ਕਹਿੰਦਾ ਹੁਣ ਮਸਲਾ ਇਹ ਆ ਕਿ ਮੇਰਾ ਟ੍ਰੀਟਮੈਂਟ ਤਾਂ ਕਰ ਦਿਓ ਪ੍ਰੋਪਰ। ਸਭ ਤੋਂ ਵੱਡੀ ਦੋਸ਼ੀ ਤਾਂ ਸਾਡੇ ਸਿਸਟਮ ਨੇ। ਸਿਸਟਮ ਦੇ ਵਿੱਚ ਇਦਾਂ ਦੀ ਨੌਬਤ ਕਿ ਗਰੀਬੀ ਦੇ ਵਿੱਚੋਂ, ਗੁਰਬਤ ਦੇ ਵਿੱਚੋਂ ਬੰਦਾ ਆਪਣੇ ਅੰਗ ਦਾਨ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਸੋਚ ਰਿਹਾ ਹੈ। ਨਾਮ ਡੋਨੇਸ਼ਨ ਦਾ ਹੈ, ਪਰ ਅਸਲ ਦੇ ਵਿੱਚ ਉਹ ਵਪਾਰ ਚੱਲ ਰਿਹਾ। ਬਹੁਤ ਘੱਟ ਨੇ ਜਿਹੜੇ ਰਿਸ਼ਤੇਦਾਰ ਦੇ ਤੌਰ ਦੇ ਉੱਤੇ ਕਿਡਨੀ ਦੂਜੇ ਨੂੰ ਦਿੰਦੇ ਆ। ਸਜ਼ਾ ਵੀ ਜਿਹੜੀ ਦੱਸੀ ਗਈ ਹੈ ਔਰ ਜੁਰਮਾਨਾ ਵੀ ਕਿ 20 ਲੱਖ ਤੋਂ ਕਰੋੜ ਰੁਪਇਆ। ਹੁਣ ਜੇ ਕਿਸੇ ਨੂੰ ਪਤਾ ਹੋਊਗਾ, ਇਸ ਚੀਜ਼ ਦੀ ਨੌਲੇਜ ਹੋਏਗੀ, ਤਾਂ ਹੀ ਬੰਦਾ ਕੇਸ ਕਰੇਗਾ ਨਾ। ਇਹ ਲੋਕ ਫਾਇਦਾ ਚੱਕਦੇ। ਇਹ ਸਿਰਫ ਮਨੁੱਖੀ ਅੰਗਾਂ ਦਾ ਖਿਲਵਾੜ ਨਹੀਂ ਹੈ, ਇਹ ਮਨੁੱਖੀ ਜਾਨਾਂ ਨਾਲ ਵੀ ਖਿਲਵਾੜ ਹੈ। ਇੱਥੋਂ ਤੱਕ ਕਿ ਜਿੱਥੋਂ ਲੈਬੋਰੇਟਰੀ ਦੇ ਵਿੱਚ ਟੈਸਟ ਹੋਣੇ ਨੇ, ਉੱਥੋਂ ਤੱਕ ਕਮਿਸ਼ਨ ਆਉਂਦੇ ਨੇ। ਜਿੱਥੋਂ ਦਵਾਈਆਂ ਡਾਕਟਰ ਲਿਖ ਕੇ ਦਿੰਦਾ, ਉੱਥੋਂ ਤੱਕ ਕਮਿਸ਼ਨ ਆਉਂਦੇ ਆ। ਇੰਨਾ ਕਮਿਸ਼ਨ ਖਾ ਕੇ ਤੁਸੀਂ ਕਿੱਥੇ ਰੱਜੋਗੇ? ਹਸਪੀਟਲ ਦਾ ਜਿਹੜਾ ਕੋਆਰਡੀਨੇਟਰ ਹੈ, ਮੈਂ ਉਸ ਨੂੰ ਕੋਆਰਡੀਨੇਟਰ ਨਹੀਂ ਕਹਾਂਗਾ, ਮੈਂ ਉਸ ਨੂੰ ਦਲਾਲ ਕਹਾਂਗਾ। ਇਹ ਲੋਕ ਮਨੁੱਖੀ ਜਾਨਾਂ ਦੇ ਦੱਲੇ ਨੇ, ਦਲਾਲ ਨੇ। ਬਿਲਕੁਲ ਪੇਸ਼ੈਂਟ ਤੋਂ 25 ਤੋਂ 30 ਲੱਖ ਲੈਣਾ, ਜਿਹੜਾ ਡੋਨੇਟ ਕਰ ਰਿਹਾ ਜਾਂ ਵੇਚ ਰਿਹਾ ਉਹਨੂੰ 4 ਤੋਂ 5 ਲੱਖ ਰੁਪਈਆ ਦੇਣਾ। ਬਾਕੀ ਸਾਰੇ ਪੈਸੇ ਕਿੱਥੇ ਕਿਵੇਂ ਵੰਡੇ ਜਾਂਦੇ ਆ। ਹਸਪੀਟਲਾਂ ਦੇ ਵਿੱਚ ਇੱਕ ਨਵਾਂ ਧੰਦਾ ਚੱਲ ਪਿਆ। ਉਹ ਧੰਦਾ ਇਹ ਚੱਲ ਪਿਆ ਕਿ ਪੇਸ਼ੈਂਟ ਜਿਹੜਾ ਉਹਨੂੰ ICU ਦੇ ਵਿੱਚ ਲੈ ਜਾਂਦੇ ਆ, ਪਰਿਵਾਰ ਵਾਲਿਆਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਪਰਿਵਾਰ ਵਾਲੇ ਸਿਰਫ ਇਦਾਂ ਜੇ ਦੇਖ ਲੈਂਦੇ ਆ, ਉਹ ਜਿਹੜਾ ਮੌਕਾ ਜਿਹਾ ਬਣਾਇਆ ਹੁੰਦਾ ਸ਼ੀਸ਼ੇ ਦੇ ਵਿੱਚ ਦੀ ਦੇਖ ਲੈਂਦੇ ਆ। ਉਹਨਾਂ ਨੂੰ ਲੱਗਦਾ ਕਿ ਸਾਡਾ ਪੇਸ਼ੈਂਟ ਸ਼ਾਇਦ ਉਹਦੇ ਸਾਹ ਚੱਲ ਰਹੇ ਆ। ਇਹ ਕਹਿੰਦੇ ਨੇ ਕਿ ਬਹੁਤ ਸੈਂਸਿਟਿਵ ਹੈ ਜੀ ਇਸ਼ੂ, ਤੁਹਾਡਾ ਪੇਸ਼ੈਂਟ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ। ਇਹ ਪਤਾ ਲੱਗਿਆ, ਖਬਰਾਂ ਇਹ ਆਈਆਂ ਨੇ ਕਿ ਮਰੀਜ਼ ਦੇ ਪਰਿਵਾਰ ਵਾਲਿਆਂ ਤੋਂ ਵੱਧ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਪੇਸ਼ੈਂਟ ਦੀ ਡੈਥ ਕਈ ਵਾਰੀ 36 ਘੰਟੇ ਪਹਿਲਾਂ ਹੋ ਚੁੱਕੀ ਹੈ। 2.5-3 ਲੱਖ ਰੁਪਈਆ ਬਿੱਲ ਹੋਰ ਬਣਾਉਣ ਦੇ ਚੱਕਰ ਦੇ ਵਿੱਚ ਪਰਦੇ ਦੇ ਵਿੱਚ ਰੱਖਿਆ ਜਾਂਦਾ, ਹਨੇਰੇ ਦੇ ਵਿੱਚ ਰੱਖਿਆ ਜਾਂਦਾ। ਉਹ ਤਥਾ ਕਥਿਤ ਜਿਹੜੇ ICU ਬਣਾਏ ਹੋਏ ਨੇ, ਉਹਨਾਂ ਦੇ ਵਿੱਚ ਰੱਖ ਕੇ ਉਹਨਾਂ ਦੀ ਛਿੱਲ ਲਾਈ ਜਾਂਦੀ ਹੈ। ਹੱਥ ਬੰਨ੍ਹ ਕੇ ਬੇਨਤੀ ਹੈ, ਤੁਹਾਨੂੰ ਰੱਬ ਦਾ ਦਰਜਾ ਦਿੱਤਾ ਗਿਆ। ਰੱਬ ਸੱਚਮੁੱਚ ਬਹੁਤ ਵੱਡਾ ਨਾਮ ਹੈ ਤੇ ਬਹੁਤ ਵੱਡਾ ਦਰਜਾ ਹੈ। ਤੁਸੀਂ ਉਸ ਦਰਜੇ ਨੂੰ ਬਰਕਰਾਰ ਰੱਖੋ। ਇਹ ਪੈਸਾ ਨਾਲ ਨਹੀਂ ਜਾਣਾ, ਇੰਨੀਆਂ ਜੇਬਾਂ ਭਰ ਕੇ ਨਹੀਂ ਜਾਣੀਆਂ। ਉਹ ਕਥਨ ਹੈ ਨਾ ਕਿ ਜਾਂਦੇ ਹੋਏ ਤਾਂ ਸਿਕੰਦਰ ਨੇ ਵੀ ਆਪਣੇ ਹੱਥ ਬਾਹਰ ਕਢਵਾਏ ਸੀਗੇ ਕਿ ਦੁਨੀਆ ਵੇਖ ਕੇ। ਸਤਿ ਸ਼੍ਰੀ ਅਕਾਲ ਜੀ, ਤਾਂ ਇੰਪੈਕਟ ਵਿਦ ਔਨ ਏਅਰ ਦੇ ਵਿੱਚ ਮੈਂ ਨੂਰਵਰਜੋਤ ਤੁਹਾਡਾ ਸਵਾਗਤ ਕਰਦੀ ਹਾਂ। ਸੋ ਡਾਕਟਰ ਜਿਹਨੂੰ ਅਸੀਂ ਕਹਿੰਦੇ ਆ ਰੱਬ ਦਾ ਦੂਜਾ ਰੂਪ, ਅਸੀਂ ਸੇਫਲੀ ਫੀਲ ਕਰਦੇ ਹਾਂ। ਸਾਨੂੰ ਇਹ ਹੁੰਦਾ ਕਿ ਇਹ ਸਾਨੂੰ ਬਚਾ ਲੈਣਗੇ, ਪਰ ਇਹ ਗੱਲ ਕਹਿਣ ਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ ਕਿ ਡਾਕਟਰ ਜਿਹੜੇ ਨੇ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ, ਜੋ ਕੁਝ ਡਾਕਟਰ ਨੇ ਵਪਾਰ ਕਰ ਰਹੇ ਨੇ, ਲੋਕਾਂ ਦੀਆਂ ਸਰੀਰਾਂ ਨੂੰ ਕੱਢ ਕੇ ਵੇਚ ਰਹੇ, ਸਰੀਰਾਂ ਦੇ ਵਿੱਚ ਉਹ ਕੀਮਤੀ ਅੰਗ ਵੇਚ ਰਹੇ ਨੇ, ਪੈਸੇ ਕਮਾ ਲੈਂਦੇ ਨੇ। ਔਰ ਉੱਥੇ 'ਚ ਅੱਜ ਦੇ ਸਮੇਂ ਤੇ ਵੱਡਾ ਨੈਕਸਸ ਜਿਹੜਾ ਚੱਲ ਰਿਹਾ, ਵੱਡਾ ਕਾਰੋਬਾਰ ਜਿਹੜਾ ਇਹਨਾਂ ਨੇ ਚਲਾਇਆ ਹੋਇਆ ਕਿ ਜੋ ਗਰੀਬ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਨੇ, ਲਿਆਉਂਦੇ ਨੇ, ਕਿਡਨੀ ਖਰੀਦਦੇ ਨੇ ਘੱਟ ਪੈਸਿਆਂ ਦੇ ਵਿੱਚ। ਅੱਗੇ ਜਿਹੜਾ ਉਹਨਾਂ ਨੂੰ ਪੈਸੇ ਘੱਟ ਦਿੱਤੇ ਜਾਂਦੇ ਨੇ। ਇਹੀ ਨਹੀਂ, ਪੈਸੇ ਜਿਹੜੇ ਨੇ ਕਈਆਂ ਨੂੰ ਤਾਂ ਦਿੱਤੇ ਵੀ ਨਹੀਂ ਜਾਂਦੇ, ਔਰ ਕਈਆਂ ਨੂੰ ਤਾਂ ਇਲਾਜ ਕੀਤੇ ਬਿਨਾਂ ਹੀ ਜਿਹੜਾ ਇਸੇ ਤਰ੍ਹਾਂ ਛੱਡ ਦਿੱਤਾ ਜਾਂਦਾ ਤੇ ਫਿਰ ਮਰੀਜ਼ ਜਿਹੜਾ ਇਸੇ ਤਰ੍ਹਾਂ ਮਾਰ ਦਿੱਤਾ ਜਾਂਦਾ। ਇਹਦੇ ਤੇ ਉੱਪਰ ਐਕਸ਼ਨ ਵੀ ਹੋਏ ਨੇ, ਨੋ ਡਾਊਟ ਕਿ ਐਕਸ਼ਨ ਨਹੀਂ ਹੋਏ, ਪਰ ਇਹ ਪੂਰੀ ਕਹਾਣੀ ਕੀ ਹੈ ਨੈਕਸਸ ਪਿੱਛੇ, ਇਹ ਕਿਉਂ ਇਸ ਤਰ੍ਹਾਂ ਹੁੰਦਾ ਹੈ,
ਬੰਦ ਕਿਉਂ ਨਹੀਂ ਹੋਣਾ ਚਾਹੀਦਾ, ਇਸ ਬਾਰੇ ਜਿਹੜੀ ਗੱਲਬਾਤ ਕਰਾਂਗੇ। ਮੇਰੇ ਸਹਿਯੋਗੀ ਸਟੂਡੀਓ ਦੇ ਵਿੱਚ ਮੌਜੂਦ ਨੇ। ਪ੍ਰਿੰਸ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਅਨੂ ਜੀ। ਸੋ ਕਿਵੇਂ ਦੇਖਦੇ ਹੋ ਇਹ ਸਾਰੇ ਨੈਕਸਸ ਨੂੰ? ਇੱਕ ਡਾਕਟਰ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਰੱਬ ਦਾ ਰੂਪ ਹੈ, ਤੇ ਇਸ ਤਰ੍ਹਾਂ ਜਿਹੜਾ ਵੱਡਾ ਸਾਰਾ ਨੈਕਸਸ ਚਲਾ ਰੱਖਿਆ ਹੈ, ਮਨੁੱਖੀ ਜਾਨਾਂ ਦੇ ਨਾਲ ਖੇਡਿਆ ਜਾ ਰਿਹਾ ਹੈ। ਤੁਸੀਂ ਬਹੁਤ ਇੰਪੋਰਟੈਂਟ ਸ਼ੁਰੂਆਤ ਹੀ ਬਹੁਤ ਇੰਪੋਰਟੈਂਟ ਕੀਤੀ ਕਿ ਡਾਕਟਰ ਜਿਸ ਨੂੰ ਧਰਤੀ ਦੇ ਉੱਤੇ ਦੂਸਰਾ ਰੱਬ ਕਿਹਾ ਜਾਂਦਾ, ਔਰ ਤੁਸੀਂ ਵੀ ਬੜੀ ਉਹ ਗੱਲ ਚੰਗੀ ਕੀਤੀ ਕਿ ਜਦੋਂ ਅਸੀਂ ਕਿਸੇ ਹਸਪੀਟਲ ਦੇ ਵਿੱਚ ਜਾਂ ਕਿਸੇ ਡਾਕਟਰ ਦੇ ਕੋਲੇ ਚਲੇ ਜਾਂਦੇ ਤਾਂ ਅਸੀਂ ਆਪਣੇ ਆਪ ਨੂੰ ਸੇਫ, ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿ ਮੇਰੀ ਜਿਹੜੀ ਕੋਈ ਚਿੰਤਾ ਹੈ, ਬਿਮਾਰੀ ਆ, ਉਹ ਦੂਰ ਹੋ ਜਾਏਗੀ ਜੀ। ਪਰ ਜਿਵੇਂ ਕੁਝ ਡਾਕਟਰਾਂ ਦਾ ਜ਼ਿਕਰ ਤੁਸੀਂ ਕੀਤਾ, ਬਹੁਤ ਵੱਡਾ ਨੈਕਸਸ ਚੱਲ ਰਿਹਾ ਹੈ। ਨੈਕਸਸ ਮਨੁੱਖੀ ਅੰਗਾਂ ਦੀ ਖਰੀਦੋ ਫਰੋਖਤ ਦਾ, ਮਨੁੱਖੀ ਅੰਗਾਂ ਨੂੰ ਇੱਕ ਬਾਡੀ ਦੇ ਵਿੱਚੋਂ ਕੱਢ ਕੇ ਡੋਨੇਟ ਕਰਨ ਦੇ ਨਾਮ ਦੇ ਉੱਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਵੇਚ ਕੇ ਲੱਖਾਂ ਕਰੋੜਾਂ ਦਾ ਜਿਹੜਾ ਕਾਰੋਬਾਰ ਹੈ, ਕਈ ਹਜ਼ਾਰ ਕਰੋੜ ਦਾ ਜਿਹੜਾ ਕਾਰੋਬਾਰ ਹੈ, ਉਹ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ। ਹੁਣ ਦੇਸ਼ ਦੀ ਗੱਲ ਨਾ ਕਰੀਏ, ਪੰਜਾਬ ਦੇ ਵਿੱਚ ਆ ਜਾਈਏ। ਤਾਜ਼ਾ ਮਾਮਲਾ ਜਿਹੜਾ ਹੈ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਡਿਸਕਸ ਕਰਨਾ, ਜਿਹੜਾ 2 ਦਿਨ ਪਹਿਲਾਂ ਦਾ ਮਾਮਲਾ ਹੈ। ਤੁਹਾਨੂੰ ਪਿੱਛੇ ਲੈ ਕੇ ਜਾਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ। 2002-2003 ਅੰਮ੍ਰਿਤਸਰ ਦਾ ਕਿਡਨੀ ਟ੍ਰਾਂਸਪਲਾਂਟ ਕਾਂਡ ਜਿਹੜਾ ਉਹ ਯਾਦ ਕਰੋ। ਉਸ ਵਕਤ ਦੇ ਪੁਲਿਸ ਮੁਖੀ ਨੇ ਇੱਕ ਟਿੱਪਣੀ ਕੀਤੀ ਸੀ ਕਿ ਐਡਾ ਵੱਡਾ ਰੈਕਟ, ਅੱਖਾਂ ਖੁੱਲੀਆਂ ਰਹਿ ਗਈਆਂ ਕਹਿੰਦੇ ਸਾਡੇ। ਜਦੋਂ ਅਸੀਂ ਸਾਰੀ ਜਾਂਚ ਕੀਤੀ, ਉਹਨਾਂ ਨੇ ਇੱਕ ਟਿੱਪਣੀ ਕੀਤੀ, ਬਕਾਇਦਾ ਕੋਟ ਕੀਤਾ ਕਿ ਅੱਜ ਦੇ ਸਮੇਂ ਵਿੱਚ ਇਹ ਲੱਗ ਰਿਹਾ ਕਿ ਅੰਮ੍ਰਿਤਸਰ ਕਿਡਨੀਆਂ ਦੀ ਮੰਡੀ ਬਣ ਚੁੱਕਿਆ ਹੋਵੇ। ਐਡੀ ਗੰਭੀਰ ਟਿੱਪਣੀ ਕਿ ਕਿਡਨੀਆਂ ਦੀ ਮੰਡੀ ਬਣ ਚੁੱਕਿਆ ਹੋਵੇ। ਇਹ ਨੈਕਸਸ ਚੱਲਦਾ ਕਿਵੇਂ ਸੀਗਾ? ਡਾਕਟਰ ਸਰੀਨ ਸੀਗੇ ਉੱਥੋਂ ਦਾ, ਕੱਕੜ ਹਸਪੀਟਲ ਅੰਮ੍ਰਿਤਸਰ ਦਾ। ਡਾਕਟਰ ਸਰੀਨ ਹੋਰੀ, ਉਹਨਾਂ ਕੋਲੇ ਲੋੜਵੰਦ ਪੇਸ਼ੈਂਟ ਆਉਂਦਾ ਕਿ ਸਾਡੇ ਪੇਸ਼ੈਂਟ ਦੀ ਕਿਡਨੀ ਖਰਾਬ ਹੈ ਜਾਂ ਮੇਰੀ ਕਿਡਨੀ ਖਰਾਬ ਹੈ ਜੀ, ਤੁਸੀਂ ਸਾਡਾ ਟ੍ਰੀਟਮੈਂਟ ਕਰ ਦਿਓ ਜੀ। ਡਾਕਟਰ ਉਹਨਾਂ ਨੂੰ ਪਹਿਲੀ ਕਲਾਵੇ ਕਹਿੰਦਾ ਕਿ ਹਾਂ ਅਸੀਂ ਤੁਹਾਡਾ ਟ੍ਰੀਟਮੈਂਟ ਕਰਾਂਗੇ। ਉਹ ਡਾਕਟਰ ਸਰੀਨ ਜਿਹੜਾ ਉਦੋਂ ਦਾ ਸੀਗਾ। ਪਰ ਉਹ ਨਾਲ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੀ ਕਿਡਨੀ ਨਾ ਲਓ, ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ। ਇੱਥੇ ਪਹਿਲਾ ਜਾਲ ਸੁੱਟਿਆ ਜਾਂਦਾ ਸੀਗਾ। ਫਿਰ ਉਹ ਮਰੀਜ਼ ਪੁੱਛਦਾ ਜੀ ਦੱਸੋ ਹੁਣ ਕੀ ਕਰੀਏ? ਕਹਿੰਦੇ ਕੋਈ ਨਹੀਂ, ਅਸੀਂ ਤੁਹਾਡੇ ਲਈ ਕਿਡਨੀ ਦਾ ਇੰਤਜ਼ਾਮ ਕਰ ਦਿੰਦੇ ਹਾਂ। ਬੈਲ ਮਾਰਦੇ ਆ, ਉਹਨਾਂ ਦਾ ਜਿਹੜਾ ਮੈਡੀਓਕਰ ਹੈ, ਜਿਹੜਾ ਉਹਨਾਂ ਦਾ ਕੋਆਰਡੀਨੇਟਰ ਹੈ, ਉਸ ਕੋਆਰਡੀਨੇਟਰ ਨੂੰ ਸੱਦਿਆ ਜਾਂਦਾ। ਉਹਨੂੰ ਕਿਹਾ ਜਾਂਦਾ ਕਿ ਜੀ ਇਹਨਾਂ ਨੂੰ ਕਿਡਨੀ ਦੀ ਜ਼ਰੂਰਤ ਹੈ ਤੇ ਇਹਨਾਂ ਦੇ ਲਈ ਕੋਈ ਚੰਗਾ ਡੋਨਰ ਲੱਭੋ। DONER, ਡੋਨਰ ਲੱਭੋ। ਹੁਣ ਮਸਲਾ ਕੀ ਹੈ ਕਿ ਇੱਥੇ ਕਾਨੂੰਨੀ ਰੂਪ ਦੇ ਵਿੱਚ ਜਾਂ ਤਾਂ ਪਰਿਵਾਰਕ ਮੈਂਬਰ ਜਿਹੜਾ ਹੈ ਬਲੱਡ ਰਿਲੇਸ਼ਨ ਦੇ ਵਿੱਚੋਂ ਉਹ ਕਿਡਨੀ ਡੋਨੇਟ ਕਰ ਸਕਦਾ ਹੈ, ਜਾਂ ਫਿਰ ਜਿਹੜਾ ਡੋਨਰ ਹੈ ਉਹ ਥਰੂ ਲਾਅ ਪ੍ਰੋਸੀਜਰਿੰਗ ਪ੍ਰੋਪਰ ਦੀ ਕਾਗਜ਼ੀ ਕਾਰਵਾਈ ਹੋਏਗੀ। ਕਾਨੂੰਨ ਦੇ ਵਿੱਚ ਦਰਜ ਹੋਏਗਾ ਕਿ ਕਿਹੜੇ ਵਿਅਕਤੀ ਨੇ ਕਿਡਨੀ ਦੇਣੀ ਹੈ, ਮਨਸ਼ਾ ਕੀ ਹੈ ਦੇਣ ਦੀ, ਸੱਚਮੁੱਚ ਡੋਨੇਟ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਉਹ ਕਲੌਜ਼ ਲਿਖਿਆ ਹੁੰਦਾ ਕਿ ਇਸ ਦੇ ਵਿੱਚ ਪੈਸੇ ਦੀ ਇਨਵੋਲਵਮੈਂਟ ਤਾਂ ਨਹੀਂ ਹੈ। ਉਹਦੇ ਵਿੱਚ ਪੈਸੇ ਦੀ ਇਨਵੋਲਵਮੈਂਟ ਨਿਲ ਸ਼ੋ ਕੀਤੀ ਜਾਂਦੀ ਕਿ ਨਹੀਂ, ਆਪਣੀ ਸਵੈ ਇੱਛਾ ਦੇ ਨਾਲ ਅਸੀਂ ਫਲਾਣੇ ਜਿਹੜੇ ਪੇਸ਼ੈਂਟ ਆ ਉਸ ਨੂੰ ਆਪਣੀ ਕਿਡਨੀ ਡੋਨੇਟ ਕਰ ਰਹੇ ਹਾਂ ਤਾਂ ਕਿ ਉਸ ਦੀ ਜਾਨ ਬਚਾਈ ਜਾ ਸਕੇ। ਪਰੰਤੂ ਉੱਥੇ ਕੀ ਹੁੰਦਾ ਸੀਗਾ, ਹੁਣ ਉਹ ਜਿਹੜਾ ਮੈਡੀਓਕਰ ਸੀ, ਉਹ ਮੈਡੀਓਕਰ ਨਜ਼ਰ ਰੱਖਦੇ ਸੀਗੇ ਅੰਮ੍ਰਿਤਸਰ ਔਰ ਅੰਮ੍ਰਿਤਸਰ ਦੇ ਆਲੇ ਦੁਆਲੇ ਦੀਆਂ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਮੱਧ ਵਰਗੀ ਲੋਕ ਬੈਠਦੇ ਆ, ਜਿੱਥੇ ਗਰੀਬ ਲੋਕ ਤੁਰੇ ਫਿਰਦੇ ਆ। ਫਿਰ ਉਹਨਾਂ ਗਰੀਬਾਂ ਦੇ ਉੱਤੇ ਜਾਲ ਸੁੱਟਿਆ ਜਾਂਦਾ ਸੀਗਾ। ਗਰੀਬੀ ਇੱਕ ਐਸੀ ਚੀਜ਼ ਹੈ ਕਿ ਜਿਹੜੀ ਢਿੱਡ ਦੀ ਅੱਗ ਕਹਿ ਲਈਏ ਜਾਂ ਪੇਟ ਦੀ ਭੁੱਖ ਕਹਿ ਲਈਏ ਜਾਂ ਗੁਰਬਤ ਕਹਿ ਲਈਏ ਜਾਂ ਗਰੀਬੀ ਕਹਿ ਲਈਏ, ਉਹ ਐਸੀ ਚੀਜ਼ ਹੈ ਕਿ ਤੁਹਾਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਦਿੰਦੀ ਹੈ। ਉਹ ਜਿਹੜੇ ਮੈਡੀਓਕਰ ਸੀ ਉਹ ਜਾਲ ਸੁੱਟਦੇ ਸੀਗੇ, ਗਰੀਬ ਬੰਦਿਆਂ ਨੂੰ ਲੱਭਦੇ ਸੀ ਕਿ ਭਾਈ ਤੁਹਾਨੂੰ 5 ਲੱਖ ਰੁਪਈਆ ਦੇ ਦਾਂਗੇ। ਗਰੀਬ ਬੰਦੇ ਲਈ 5 ਲੱਖ ਰੁਪਈਆ ਬਹੁਤ ਵੱਡੀ ਗੱਲ ਹੈ। ਕਰਨਾ ਕੀ ਪਊਗਾ? ਤੁਸੀਂ ਆਪਣੀ ਕਿਡਨੀ ਡੋਨੇਟ ਕਰਨੀ ਹੈ। ਤੁਹਾਡਾ ਇੱਕ ਕਿਡਨੀ ਨਾਲ ਕੰਮ ਚੱਲ ਸਕਦਾ, 2 ਹੁੰਦੀਆਂ ਨੇ। ਚਲੋ ਬੰਦਾ ਝਾਂਸੇ ਦੇ ਵਿੱਚ ਆ ਜਾਂਦਾ। ਉਸ ਬੰਦੇ ਦਾ ਅੱਗੇ ਕੀ ਫਰਜ਼ੀਵਾੜਾ ਸਾਹਮਣੇ ਹੁੰਦਾ, ਇਹਦੇ ਵਿੱਚ ਕਈ ਸਾਰੇ ਵਕੀਲ ਸ਼ਾਮਲ, ਕੱਲਾ ਉਹ ਡਾਕਟਰ ਸ਼ਾਮਲ ਨਹੀਂ। ਉਸ ਵਕਤ ਦੇ ਜਿਹੜੇ ਉੱਥੋਂ ਦੇ ਜਿਹੜੇ ਮੈਡੀਕਲ ਕਾਲਜ ਦੇ ਸਰਕਾਰੀ ਮੈਡੀਕਲ ਕਾਲਜ ਦੇ ਜਿਹੜੇ ਪ੍ਰਿੰਸੀਪਲ ਸੀਗੇ ਉਹ ਸ਼ਾਮਲ ਵਿੱਚ, ਕਿਉਂਕਿ ਜੇਕਰ ਰਿਸ਼ਤੇਦਾਰ ਨੇ ਕਿਡਨੀ ਨਹੀਂ ਦੇਣੀ ਹੈਗੀ, ਜਿਹੜਾ ਕੋਈ ਡੋਨਰ ਲਿਆਂਦਾ ਗਿਆ ਉਸ ਨੂੰ ਪਰਮਿਸ਼ਨ ਜਿਹੜੀ ਆ ਉਹ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਦੇਣੀ ਆ। ਹੁਣ ਪ੍ਰਿੰਸੀਪਲ ਦੀ ਵਿੱਚ ਸ਼ਮੂਲੀਅਤ ਹੈ ਕਿਉਂਕਿ ਉਸਨੇ ਧੜੱਲੇ ਨਾਲ ਇੰਨੀਆਂ ਜ਼ਿਆਦਾ ਪਰਮਿਸ਼ਨਸ ਦਿੱਤੀਆਂ ਹੋਈਆਂ ਸੀਗੀਆਂ ਡਾਕਟਰ ਸਰੀਨ ਤੇ ਉਹਨਾਂ ਦੇ ਗਰੁੱਪ ਨੂੰ। ਇਹ ਬਹੁਤ ਵੱਡਾ ਗੈਂਗ ਸੀਗਾ, ਗੈਂਗਸ ਆਫ ਡਾਕਟਰਸ ਦਾ ਜਿਹੜਾ ਗੈਂਗ ਹੈ ਹਨਾ। ਕਿੱਥੇ ਤਾਂ ਆਪਾਂ ਕਹਿੰਦੇ ਆ ਕਿ ਗੈਂਗਸਟਰਾਂ ਦਾ ਗੈਂਗ ਬਣ ਗਿਆ ਹਨਾ। ਇਹ ਡਾਕਟਰਸ ਦਾ ਗੈਂਗ, ਕਿਸ ਤਰ੍ਹਾਂ ਦੇ ਡਾਕਟਰ ਹੋਣਗੇ, ਉਹਨਾਂ ਦੀ ਜ਼ਮੀਰ ਕਹੀ ਜੀ ਹੋਏਗੀ। ਪਰਮਿਸ਼ਨ ਦਿੱਤੀ ਜਾਂਦੀ ਹੈ। ਫਿਰ ਵਕੀਲ ਜਿਹੜੇ ਵਕੀਲ ਨੇ ਉਹ ਨਕਲੀ ਨਾ ਕਾਗਜ਼ ਤਿਆਰ ਕਰਦੇ ਆ ਸਾਰੇ, ਮਤਲਬ ਨਕਲੀ ਆਇਡੈਂਟੀਟੀ ਕਾਰਡ, ਤੁਹਾਡਾ ਆਧਾਰ ਕਾਰਡ, ਪੈਨ ਕਾਰਡ ਜਾਂ ਵੋਟਰ ਕਾਰਡ ਨਕਲੀ, ਤਾਂ ਕਿ ਮਰੀਜ਼ ਦਾ ਰਿਸ਼ਤੇਦਾਰ ਬਣਾਇਆ ਜਾ ਸਕੇ। ਉਸਨੂੰ ਮਰੀਜ਼ ਦਾ ਰਿਸ਼ਤੇਦਾਰ ਬਣਾ ਕੇ ਉਹ ਗਰੀਬ ਬੰਦੇ ਦੀ ਕਿਡਨੀ ਲੈ ਲਈ ਜਾਂਦੀ ਹੈ ਆਪਰੇਟ ਕਰਕੇ। ਜਿਹੜਾ ਉਹਨੂੰ ਮਿੱਥੇ ਉਹਦੇ ਨਾਲ ਰਕਮ ਕੀਤੀ ਹੁੰਦੀ ਹੈ, ਮੰਨ ਲਓ 3 ਲੱਖ ਦੇਣਾ, 4 ਲੱਖ ਦੇਣਾ, ਉਹ ਨਾ ਦੇ ਕੇ ਉਹਨੂੰ 10-20 ਹਜ਼ਾਰ ਦੇ ਕੇ ਟਰਕਾ ਦਿੰਦੇ ਸੀ, ਭਜਾ ਦਿੰਦੇ ਸੀਗੇ। ਅੰਮ੍ਰਿਤਸਰ ਦੇ ਵਿੱਚ ਇਹ ਕੇਸ ਇਸ ਕਰਕੇ ਸਾਹਮਣੇ ਆ ਗਿਆ ਸੀਗਾ ਕਿ ਜਿਹੜਾ ਗਰੀਬ ਬੰਦਾ ਜਿਸਨੇ ਕਿਡਨੀ ਡੋਨੇਟ ਕੀਤੀ ਸੀ, ਆਫਟਰ ਆਪਰੇਟ
ਉਸ ਦਾ ਜਿਹੜਾ ਟ੍ਰੀਟਮੈਂਟ ਹੋਣਾ ਚਾਹੀਦਾ ਸੀ, ਪੈਸੇ ਦੀ ਇਨਵੋਲਵਮੈਂਟ ਤਾਂ ਹੈਗੀ ਸੀ ਵਿੱਚ ਜੀ ਜੀ, ਪੈਸਾ ਤਾਂ ਉਸ ਨੂੰ ਨਹੀਂ ਮਿਲਿਆ ਸੀਗਾ, ਘੱਟ ਮਿਲਿਆ ਸੀ, 40,000 ਰੁਪਏ ਮਿਲਿਆ ਸੀਗਾ, ਸੌਦਾ 3.5 ਲੱਖ ਰੁਪਏ ਚ ਹੋਇਆ ਸੀਗਾ। 2002 ਦੀ ਗੱਲ ਹੈ, 2-3 ਦੀ ਗੱਲ ਹੈ ਨਾ। ਆਫਟਰ ਕਿਡਨੀ ਟ੍ਰਾਂਸਪਲਾਂਟ ਜਿਹੜਾ ਉਹਦਾ ਟ੍ਰੀਟਮੈਂਟ ਹੋਣਾ ਸੀ, ਉਹਦਾ ਟ੍ਰੀਟਮੈਂਟ ਨਹੀਂ ਕੀਤਾ ਗਿਆ, ਜਿਹਦੇ ਨਾਲ ਉਹ ਮੌਤ ਦੇ ਮੂੰਹ ਵੱਲ ਜਾ ਰਿਹਾ ਸੀ ਲਗਾਤਾਰ। ਇਸ ਕਰਕੇ ਉਹਨੇ ਅੱਗੇ ਆ ਕੇ ਆਵਾਜ਼ ਚੁੱਕੀ ਸੀ ਯਾਰ ਕਿ ਮੈਥੋਂ ਕਿਡਨੀ ਵੀ ਲੈ ਲਈ ਤੁਸੀਂ, ਬੇਸ਼ੱਕ ਮੈਂ ਵੇਚੀ ਆ, ਉਹਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਮੈਂ ਵੇਚੀ ਆ, ਮੈਨੂੰ ਇਹਨਾਂ ਨੇ ਨਕਲੀ ਡਾਕੂਮੈਂਟ ਬਣਾ ਕੇ ਮੈਥੋਂ ਕਿਡਨੀ ਖਰੀਦੀ ਹੈ ਤੇ ਫਲਾਣੇ ਬੰਦੇ ਨੂੰ ਮੇਰੀ ਕਿਡਨੀ ਡੋਨੇਟ ਕੀਤੀ ਗਈ ਆ। ਪਰ ਕਹਿੰਦਾ ਹੁਣ ਮਸਲਾ ਇਹ ਆ ਕਿ ਮੇਰਾ ਟ੍ਰੀਟਮੈਂਟ ਤਾਂ ਕਰ ਦਿਓ ਪ੍ਰੋਪਰ, ਤਾਂ ਕਿ ਮੈਂ ਜ਼ਿੰਦਗੀ ਜਿਉਣ ਦੇ ਕਾਬਿਲ ਤਾਂ ਹੋਵਾਂ, ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਤਾਂ ਕਰ ਸਕਾਂ। ਉਦੋਂ ਇਹ ਜਿਹੜਾ ਰੈਕਟ ਸੀ, ਕਿਡਨੀ ਟ੍ਰਾਂਸਪਲਾਂਟ ਰੈਕਟ ਜਿਹੜਾ ਅੰਮ੍ਰਿਤਸਰ ਦਾ, ਇਹ ਰੌਸ਼ਨੀ ਦੇ ਵਿੱਚ ਆਇਆ ਸੀ। ਤੇ ਫਿਰ ਜਦੋਂ ਖੰਗਾਲਿਆ ਗਿਆ ਨਾ ਨੂਰ ਜੀ, ਰੌਂਗਟੇ ਖੜੇ ਹੋ ਗਏ ਸੀਗੇ। ਡਾਕਟਰ ਸਰੀਨ ਇੱਕ ਦਿਨ ਦੇ ਵਿੱਚ 2-2, 3-3 ਆਪਰੇਸ਼ਨ ਵੀ ਕਰ ਦਿੰਦੇ ਸੀ, ਜਿਹੜੇ ਸੰਭਵ ਨਹੀਂ ਹੈਗੇ ਇੱਕ ਡਾਕਟਰ ਲਈ ਕੰਸਨਟਰੇਟ ਹੋ ਕੇ ਕਰਨੇ। ਫਿਰ ਕਿੰਨੇ ਲੋਕ ਪੁਲਿਸ ਦੇ, ਕਿੰਨੇ ਲੋਕ ਉਸ ਦੇ ਵਿੱਚ ਇਨਵੋਲਵਮੈਂਟ ਸੀਗੇ ਜਿਨ੍ਹਾਂ ਨੂੰ ਪੈਸਾ ਜਾਂਦਾ ਸੀਗਾ, ਕਿੰਨੇ ਵਕੀਲ ਉਹਦੇ ਵਿੱਚ ਇਨਵੋਲਵਮੈਂਟ ਸੀ, ਕਿੰਨੇ ਡਾਕਟਰ ਦੇ ਵਿੱਚ ਇਨਵੋਲਵਮੈਂਟ ਸੀ, ਕਿੰਨੇ ਮੀਡੀਓਕਰ ਉਹਦੇ ਵਿੱਚ ਇਨਵੋਲਵਮੈਂਟ ਸੀ, ਜਿਹੜੇ ਹਰ ਵੇਲੇ ਨਜ਼ਰ ਰੱਖਦੇ ਸੀ ਕਿ ਕਿਹੜਾ ਗਰੀਬ ਬੰਦਾ ਲੱਭਿਆ ਜਾਵੇ, ਉਸ ਨੂੰ ਲਾਲਚ ਦਿੱਤਾ ਜਾਵੇ ਤੇ ਫਿਰ ਉਸ ਨੂੰ ਲਿਆ ਕੇ ਉਸ ਦੀ ਕਿਡਨੀ ਆ ਜਿਹੜੀ ਕੱਢ ਕੇ ਲੋੜਵੰਦ ਨੂੰ ਦੇ ਦਿੱਤੀ ਜਾਵੇ। ਇੱਥੇ ਲੈਣ ਵਾਲੇ ਵੀ ਦੋਸ਼ੀ ਨੇ ਤੇ ਡੋਨੇਟ ਕਰਨ ਵਾਲਾ ਵੀ ਦੋਸ਼ੀ ਹੈ, ਕਿਉਂਕਿ ਉਹ ਸਹੀ ਤਰੀਕੇ ਨਾਲ ਡੋਨੇਟ ਨਹੀਂ ਕਰ ਰਿਹਾ, ਕਿਡਨੀ ਵੇਚ ਰਿਹਾ ਉਹ। ਪਰ ਸਭ ਤੋਂ ਵੱਡੀ ਦੋਸ਼ੀ ਤਾਂ ਸਾਡੇ ਸਿਸਟਮ ਨੇ। ਸਿਸਟਮ ਦੇ ਵਿੱਚ ਇਦਾਂ ਦੀ ਨੌਬਤ ਕਿ ਗਰੀਬੀ ਦੇ ਵਿੱਚੋਂ, ਗੁਰਬਤ ਦੇ ਵਿੱਚੋਂ ਬੰਦਾ ਆਪਣੇ ਅੰਗ ਦਾਨ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਸੋਚ ਰਿਹਾ। ਤਾਂ ਦੇਖੋ ਤੁਸੀਂ ਹਾਲਾਤ ਕਿਦਾਂ ਦੇ। ਦੇਖੋ ਇਹ ਸਾਰੇ ਜਿੰਨੀ ਕੁ ਜਾਣਕਾਰੀ ਦੇਖੀ ਹੈ, ਰਿਸਰਚ ਕੀਤੀ ਹੈ, ਉਸ ਅਕੋਰਡਿੰਗ ਜੇ ਗੱਲ ਕਰ ਲਈ ਤਾਂ ਜਿਹੜੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਹਰ ਕਿਡਨੀ ਜਿਹੜੀ ਡੋਨੇਟ ਹੁੰਦੀ ਹੈ, ਦਿੱਤੀ ਜਾਂਦੀ ਹੈ, ਉਹਦੇ ਵਿੱਚ ਭਾਰਤੀਆਂ ਦਾ 5ਵੇਂ ਨੰਬਰ ਤੇ ਨਾਮ ਆਉਂਦਾ। ਹਰ 5ਵਾਂ ਭਾਰਤੀ ਆਪਣੀ ਜਿਹੜੀ ਕਿਡਨੀ ਦਾਨ ਕਰਦਾ। ਹੁਣ ਤੁਸੀਂ ਦੇਖੋ ਵੀ ਹੁਣ ਉਹ ਦਾਨ ਕਰਦਾ ਜਾਂ ਵੇਚਦਾ, ਇਸ ਦੇ ਇਹੀ ਇੱਕ ਲਕੀਰ ਹੈ। ਰਿਸਰਚ ਦੇ ਹਿਸਾਬ ਨਾਲ ਇਹੀ ਇੱਕ ਲਕੀਰ ਹੈ ਕਿ ਹਰ 5ਵਾਂ ਭਾਰਤੀ ਦੁਨੀਆ ਦੇ ਵਿੱਚ ਆਪਣੀ ਕਿਡਨੀ ਡੋਨੇਟ ਕਰ ਰਿਹਾ। ਨਾਮ ਡੋਨੇਸ਼ਨ ਦਾ ਹੈ, ਪਰ ਅਸਲ ਦੇ ਵਿੱਚ ਉਹ ਵਪਾਰ ਚੱਲ ਰਿਹਾ। ਬਹੁਤ ਘੱਟ ਨੇ ਜਿਹੜੇ ਰਿਸ਼ਤੇਦਾਰ ਦੇ ਤੌਰ ਦੇ ਉੱਤੇ ਕਿਡਨੀ ਇੱਕ ਦੂਜੇ ਨੂੰ ਦਿੰਦੇ ਆ। ਮਸਲਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਡਮ ਨੂਰੀ ਨੇ, ਜਿਹੜੇ ਉਹਨਾਂ ਦੇ ਗੁਜ਼ਰ ਚੁੱਕੇ ਸੁਰਾਂ ਦੇ ਸਿਕੰਦਰ ਸਰਦੂਲ ਭਾਜੀ ਨੂੰ ਆਪਣੀ ਕਿਡਨੀ ਆਪਣੀ ਵਾਈਫ ਹੋਣ ਦੇ ਨਾਤੇ ਮੈਡਮ ਨੇ ਡੋਨੇਟ ਕੀਤੀ ਸੀ। ਇਸੇ ਤਰੀਕੇ ਨਾਲ ਇੰਗਲੈਂਡ ਦੇ ਵਿੱਚ ਰਵੀ ਸਿੰਘ ਖਾਲਸਾ ਏਡ ਵਾਲਿਆਂ ਦਾ ਆਪਰੇਟ ਹੋਇਆ ਸੀਗਾ। ਉੱਥੋਂ ਦੀ ਇੱਕ ਬੀਬੀ ਨੇ ਆਪਣੀ ਸਵੈ ਇੱਛਾ ਦੇ ਨਾਲ ਕਾਗਜ਼ੀ ਕਾਰਵਾਈ ਪੂਰੀ ਕਰਕੇ, ਕਾਨੂੰਨੀ ਕਾਰਵਾਈ, ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਆਪਣੀ ਕਿਡਨੀ ਰਵੀ ਸਿੰਘ ਖਾਲਸਾ ਏਡ ਨੂੰ ਡੋਨੇਟ ਕੀਤੀ ਤੇ ਉਹਨਾਂ ਨੇ ਉਸ ਬੀਬੀ ਦਾ ਧੰਨਵਾਦ ਵੀ ਕੀਤਾ, ਉਹਨਾਂ ਦੀ ਤਸਵੀਰ ਵੀ ਨਸ਼ਰ ਕੀਤੀ, ਕਿਉਂਕਿ ਭਾਈ ਇਹਨੇ ਮੇਰੀ ਜ਼ਿੰਦਗੀ ਬਚਾਈ ਹੈ। ਪਰੰਤੂ ਸਾਡੇ ਤਾਂ ਇੱਥੇ ਹਾਲਾਤ ਬਿਲਕੁਲ ਗਰਕਦੇ ਜਾ ਰਹੇ ਆ। ਬਿਲਕੁਲ, ਜੇ ਐਕਸ਼ਨ ਦੀ ਗੱਲ ਕਰ ਲਈ ਤਾਂ ਸਾਡੇ ਲੋਕ ਮੱਧ ਵਰਗੀ ਪਰਿਵਾਰਾਂ ਦੇ ਨਾਲ ਸੰਬੰਧਿਤ ਹੁੰਦੇ ਨੇ, ਇੰਨਾ ਪੜ੍ਹੇ ਲਿਖੇ ਨਹੀਂ ਹੁੰਦੇ, ਤਾਂ ਕਿਤੇ ਨਾ ਕਿਤੇ ਉਹ ਲਾਅ ਦਾ ਸਹਾਰਾ ਵੀ ਨਹੀਂ ਲੈ ਸਕਦੇ, ਕਿਉਂਕਿ ਇਦਾਂ ਦੇ ਰੂਲ ਰੈਗੂਲੇਸ਼ਨਸ ਬਣੇ ਨੇ। ਸੈਕਸ਼ਨ 18, 19 ਔਰ 20 ਦੇ ਵਿੱਚ ਜੇ ਗੱਲ ਕਰ ਲਈਏ ਤਾਂ ਇਹ ਲਾਅ ਹੈਗਾ ਕਿ ਤੁਸੀਂ ਇਸ ਤਰ੍ਹਾਂ ਜਿਹੜਾ ਨਹੀਂ ਕਰ ਸਕਦੇਗੇ, ਜਿਹੜਾ ਖਰੀਦੋ ਫਰੋਖਤ ਜਿਹੜੀ ਕਰਦੇ ਆ ਉਹਦੇ ਅਕੋਰਡਿੰਗ ਜਿਹੜਾ ਤੁਸੀਂ ਐਵੇਂ ਨਹੀਂ ਕਰ ਸਕਦੇ। ਔਰ ਇਸ ਤੇ ਸਜ਼ਾ ਵੀ ਜਿਹੜੀ ਦੱਸੀ ਗਈ ਹੈ, ਔਰ ਜੁਰਮਾਨਾ ਵੀ ਕਿ 20 ਲੱਖ ਤੋਂ ਕਰੋੜ ਰੁਪਇਆ। ਹੁਣ ਜੇ ਕਿਸੇ ਨੂੰ ਪਤਾ ਹੋਊਗਾ, ਇਸ ਚੀਜ਼ ਦੀ ਨੌਲੇਜ ਹੋਏਗੀ, ਤਾਂ ਹੀ ਬੰਦਾ ਕੇਸ ਕਰੇਗਾ ਨਾ। ਇਹ ਲੋਕ ਫਾਇਦਾ ਚੱਕਦੇ ਆ। ਪਰ ਨੂਰ ਜੀ ਤੁਸੀਂ ਇਹ ਦੇਖੋ ਨਾ ਕਿ ਜਿਹੜਾ 2002-3 ਦਾ ਅੰਮ੍ਰਿਤਸਰ ਵਾਲਾ ਕੇਸ ਆ, ਉਸ ਦੇ ਵਿੱਚ ਜਿਹੜੀ ਸਜ਼ਾ ਹੋਈ ਹੈ ਸਿਰਫ ਹੀ 10-10 ਸਾਲ ਦੀ ਸਜ਼ਾ ਹੋਈ ਹੈ, ਜੁਰਮਾਨਾ ਹੋਇਆ 35 ਤੋਂ 40,000 ਰੁਪਈਆ। ਹੁਣ ਡਾਕਟਰਾਂ ਦੇ ਜਦੋਂ ਤੁਸੀਂ 10 ਸਾਲ ਦੀ ਸਜ਼ਾ ਦੇਣੀ ਆ, 10 ਸਾਲ ਮਤਲਬ ਪੂਰੇ 10 ਸਾਲ ਨਹੀਂ, ਉਹ ਮੈਨੂੰ ਲੱਗਦਾ ਅੱਧੇ ਹੋ ਕੇ ਕੱਟੇ ਜਾਂਦੇ ਆ, ਜਿਹੜਾ ਸਾਡਾ ਕਾਨੂੰਨੀ ਜਿਹੜਾ ਲਾਅ ਜਿਵੇਂ ਕਹਿੰਦਾ। ਠੀਕ ਹੈ, ਜਦੋਂ ਡਾਕਟਰ ਨੂੰ ਪਤਾ ਕਿ ਮੈਂ ਅਰਬਾਂ ਕਰੋੜਾਂ ਰੁਪਈਆ ਕਮਾ ਲਿਆ ਤੇ 10 ਸਾਲ ਜੇ ਅੰਦਰ ਵੀ ਲਾ ਲੂੰਗਾ ਤਾਂ ਬਾਹਰ ਮੇਰਾ ਪਰਿਵਾਰ ਸੁਖੀ ਬੈਠਾ, 35-40,000 ਰੁਪਏ ਜੁਰਮਾਨਾ ਦੇਣਾ। ਇੱਥੇ ਸਖਤ ਸਜ਼ਾਵਾਂ ਦੀ ਜ਼ਰੂਰਤ ਹੈ, ਕਿਉਂਕਿ ਇਹ ਸਿਰਫ ਮਨੁੱਖੀ ਅੰਗਾਂ ਦਾ ਖਿਲਵਾੜ ਨਹੀਂ ਹੈ, ਇਹ ਮਨੁੱਖੀ ਜਾਨਾਂ ਨਾਲ ਵੀ ਖਿਲਵਾੜ ਹੈ। ਕਿਡਨੀ ਟ੍ਰਾਂਸਪਲਾਂਟ ਕਰਦੇ ਹੋਏ ਜੇਕਰ ਜਿਹੜਾ ਉਹ ਡੋਨਰ ਹੈ ਜਾਂ ਜੀ ਤੋਂ ਖਰੀਦੀ ਗਈ ਹੈ, ਜੇਕਰ ਉਸ ਦੀ ਜਾਨ ਚਲੀ ਜਾਂਦੀ ਹੈ ਤਾਂ ਉਸੇ ਦੇ ਤੌਰ ਦੇ ਉੱਤੇ ਕਤਲ ਮੰਨਿਆ ਜਾਣਾ ਚਾਹੀਦਾ, ਔਰ ਕਤਲ ਹੀ ਮੰਨਿਆ ਜਾਵੇ। ਜਦੋਂ ਜਾਨ ਹੀ ਚਲੀ ਗਈ ਤਾਂ ਫਿਰ ਕਤਲ ਹੀ ਮੰਨਿਆ ਜਾ ਸਕਦਾ ਹੈ ਨਾ। ਸੋ ਗੱਲ ਤਾਂ ਜ਼ਮੀਰ ਦੀ ਹੈ ਕਿ ਜ਼ਮੀਰ ਕਿੱਥੇ ਮਰ ਗਿਆ। ਡਾਕਟਰ ਇੰਨੇ ਪੈਸੇ ਕਮਾਉਣ ਦੇ ਬਾਵਜੂਦ, ਡਾਕਟਰ ਜਿਹੜੇ ਸਰਕਾਰੀ ਤੌਰ ਦੇ ਉੱਤੇ ਵੀ ਸਰਕਾਰੀ ਸੇਵਾਵਾਂ ਨਿਭਾ ਰਹੇ ਨੇ, ਬਹੁਤ ਚੰਗੇ ਡਾਕਟਰ ਵੀ ਨੇ, ਆਫਟਰ ਉਹ ਸਰਕਾਰੀ ਸੇਵਾਵਾਂ ਜਿਹੜੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਆ, ਉਸ ਦੇ ਵਿੱਚੋਂ ਤੁਹਾਨੂੰ ਪਤਾ ਕਿ ਕਿੰਨੇ ਜ਼ਿਆਦਾ ਮੁਨਾਫੇ ਕਮਾਏ ਜਾਂਦੇ ਆ, ਕਿੰਨੇ ਪੈਸੇ ਕਮਾਏ ਜਾਂਦੇ ਆ। ਫਿਰ ਉਸ ਤੋਂ ਅਗਲੇਰੀ ਗੱਲ ਇੱਥੋਂ ਤੱਕ ਕਿ ਯਾਰ ਜਿੱਥੋਂ ਲੈਬੋਰੇਟਰੀ ਦੇ ਵਿੱਚੋਂ ਟੈਸਟ ਹੋਣੇ ਨੇ ਉੱਥੋਂ ਤੱਕ ਕਮਿਸ਼ਨ ਆਉਂਦੇ ਨੇ, ਜਿੱਥੋਂ ਦਵਾਈਆਂ ਡਾਕਟਰ ਲਿਖ ਕੇ ਦਿੰਦਾ ਉੱਥੋਂ ਤੱਕ ਕਮਿਸ਼ਨ ਆਉਂਦੇ ਆ। ਇੰਨਾ ਕਮਿਸ਼ਨ ਖਾ ਕੇ ਤੁਸੀਂ ਕਿੱਥੇ ਰੱਜੋਗੇ? ਤਾਂ ਮਨੁੱਖਤਾ ਦਾ ਵਿਸ਼ਵਾਸ ਡਾਕਟਰ ਦੇ ਉੱਤੇ ਕਿਵੇਂ ਜਾਏਗਾ? ਜੇ ਤਾਜ਼ੇ ਮਾਮਲੇ ਤੇ ਆ ਜਾਈਏ ਕਿ ਇਹ ਮਾਮਲਾ ਸਾਨੂੰ ਕਿਉਂ ਛੂਹਣਾ ਪਿਆ। ਦੇਖੋ ਨੂਰ, ਵੈਸੇ ਤਾਂ ਰਾਜਨੀਤੀ ਦੇ ਵਿੱਚ ਬਹੁਤ ਕੁਝ ਚੱਲ ਰਿਹਾ, ਸੋਸਾਇਟੀ ਦੇ ਵਿੱਚ ਬਹੁਤ ਕੁਝ ਚੱਲ ਰਿਹਾ, ਬੜਾ ਕੁਝ ਚੱਲ ਰਿਹਾ, ਪਰ ਸਭ ਦੇ ਦਰਮਿਆਨ ਇਹ ਪੱਖ ਵੀ ਰੱਖਿਆ ਜਾਣਾ ਸਾਹਮਣੇ ਜ਼ਰੂਰੀ ਹੈ। ਇਦਾਂ ਦੀਆਂ
ਜਿਹੜੀਆਂ ਘਟਨਾਵਾਂ ਨੇ ਇਹਨਾਂ ਦੇ ਉੱਤੇ ਜੇਕਰ ਅਸੀਂ ਚਰਚਾ ਨਹੀਂ ਕਰਾਂਗੇ ਤਾਂ ਫਿਰ ਜਾਗਰੂਕਤਾ ਲੈ ਕੇ ਕਿਵੇਂ ਆਵਾਂਗੇ। ਬਿਲਕੁਲ, ਇਹ ਗੰਭੀਰ ਮੁੱਦੇ ਨੇ ਜਿਨ੍ਹਾਂ ਨੂੰ ਅਕਸਰ ਜਿਹੜਾ ਇਗਨੋਰ ਕਰ ਦਿੱਤਾ ਜਾਂਦਾ ਹੈ, ਪਰ ਇਹ ਜ਼ਰੂਰੀ ਹੈ ਕਿ ਸਭ ਨੂੰ ਪਤਾ ਹੋਵੇ ਕਿ ਕਿਉਂ ਇਸ ਤਰ੍ਹਾਂ ਹੁੰਦਾ ਤੇ ਇਹਦੀਆਂ ਸਜ਼ਾਵਾਂ ਵੀ ਵਧਾਉਣੀਆਂ ਚਾਹੀਦੀਆਂ। ਬਕਾਇਦਾ ਜਿਹੜਾ ਸਰਕਾਰ ਵੀ ਇਸ ਤੇ ਪੂਰਾ ਧਿਆਨ ਦੇਵੇ ਕਿ ਇਹ ਜੋ ਹੋ ਰਿਹਾ ਕਿਵੇਂ ਹੋ ਰਿਹਾ, ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ। ਰੁਕੂਗਾ ਤਾਂ ਹੀ ਜੇ ਅਵੇਅਰਨੈਸ ਹੋਏਗੀ। ਦੂਜੀ ਗੱਲ, ਸਰਕਾਰ ਦੇ ਚੈੱਕ ਐਂਡ ਮੇਟਸ ਜਿਹੜੇ ਨੇ ਉਹ ਜ਼ਿਆਦਾ ਹੋਣਗੇ। ਹੁਣ ਡੇਰਾਬੱਸੀ ਦਾ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਕੀ ਹੈ ਕਿ ਬਹੁਤ ਵੱਡਾ ਹਸਪੀਟਲ ਹੈ, ਮੈਂ ਨਾਮ ਨਹੀਂ ਲਵਾਂਗਾ, ਉਸ ਹਸਪੀਟਲ ਦੇ ਵਿੱਚ ਕੁਰਕਸ਼ੇਤਰ ਦੇ ਇੱਕ ਵਿਅਕਤੀ ਜਿਹੜਾ 53 ਸਾਲਾ ਰਹਿਣ ਵਾਲਾ, ਉਸ ਨੂੰ ਕਿਡਨੀ ਦੀ ਜ਼ਰੂਰਤ ਹੈ। ਇੱਕ ਲੋੜਵੰਦ ਲੱਭਿਆ ਜਾਂਦਾ ਕਪਿਲ ਨਾਂ ਦਾ ਵਿਅਕਤੀ, ਉਸ ਦੇ ਨਾਲ ਸੌਦਾ ਹੁੰਦਾ ਜੀ 4.5 ਲੱਖ ਰੁਪਏ ਦੇ ਵਿੱਚ। 4 ਲੱਖ ਚ ਸੌਦਾ ਹੁੰਦਾ, ਕੁੱਲ ਸੌਦਾ 25 ਤੋਂ 30 ਲੱਖ ਰੁਪਏ ਦਾ। ਪੇਸ਼ੈਂਟ ਤੋਂ 30 ਲੱਖ ਰੁਪਇਆ ਲੈਣਾ। ਜਿਹੜਾ ਬੰਦਾ ਵੇਚ ਰਿਹਾ ਕਿਡਨੀ ਡੋਨਰ ਦੇ ਨਾਮ ਬਣ ਕੇ ਜਾਂ ਰਿਸ਼ਤੇਦਾਰ ਬਣ ਕੇ, ਉਸ ਦੇ ਨਾਲ ਸੌਦਾ 4.5 ਲੱਖ ਚ ਹੋਇਆ। ਹੁਣ ਕੀ ਕੀਤਾ ਗਿਆ, ਉਸ ਤੋਂ ਬਾਅਦ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਉਸ ਹਸਪੀਟਲ ਦਾ ਜਿਹੜਾ ਕੋਆਰਡੀਨੇਟਰ ਹੈ, ਮੈਂ ਉਸ ਨੂੰ ਕੋਆਰਡੀਨੇਟਰ ਨਹੀਂ ਕਹਾਂਗਾ, ਮੈਂ ਉਸ ਨੂੰ ਦਲਾਲ ਕਹਾਂਗਾ। ਤੇ ਲੋਕ ਮਨੁੱਖੀ ਜਾਨਾਂ ਦੇ ਦੱਲੇ ਨੇ, ਦਲਾਲ ਨੇ। ਬਿਲਕੁਲ ਉਸ ਵਿਅਕਤੀ ਦੇ ਨਕਲੀ ਪੇਪਰ ਤਿਆਰ ਕੀਤੇ ਜਾਂਦੇ ਆ ਕਿ ਆਹ ਭਾਈ ਜਿਹੜਾ ਲੋੜਵੰਦ ਮਰੀਜ਼ ਹੈ ਇਹ ਉਸ ਦਾ ਪੁੱਤਰ ਹੈ। ਉਸ ਵਿਅਕਤੀ ਨੂੰ, ਕਪਿਲ ਨਾਂ ਦਾ ਜਿਹੜਾ ਵਿਅਕਤੀ ਆ, ਉਸ ਨੂੰ ਉਸ ਦਾ ਪੁੱਤਰ ਬਣਾਇਆ ਜਾਂਦਾ ਨਕਲੀ ਕਾਗਜ਼ਾਂ ਦੇ ਰਾਹੀਂ। ਪੁੱਤਰ ਬਣਾ ਕੇ ਕਿਡਨੀ ਟ੍ਰਾਂਸਪਲਾਂਟ ਵੀ ਹੋ ਜਾਂਦੀ ਹੈ ਜੀ। ਰੌਲਾ ਕਿੱਥੇ ਪੈਂਦਾ ਕਿ ਉਹਨੂੰ ਉਹਦੇ ਜਿਹੜੇ ਬਣਦੇ ਪੈਸੇ ਆ ਉਹ ਨਹੀਂ ਦਿੱਤੇ ਗਏ। ਮੇਰੇ ਖਿਆਲ 'ਚ 2.25 ਲੱਖ ਰੁਪਈਆ ਦੇ ਕੇ ਉਹਦਾ ਮਾਮਲਾ ਨਿਬੇੜਤਾ ਤੇ ਉਹ ਵਿਅਕਤੀ ਫਿਰ ਸਾਹਮਣੇ ਆ ਗਿਆ। ਉਹ ਕਹਿੰਦਾ ਜੀ ਏਦਾਂ ਕਰਕੇ ਮੇਰੇ ਨਕਲੀ ਕਾਗਜ਼ ਬਣਾ ਕੇ ਮੈਨੂੰ ਇਸ ਵਿਅਕਤੀ ਦਾ, ਜਿਹਨੂੰ ਕਿਡਨੀ ਦਿੱਤੀ ਗਈ ਆ, ਇਸ ਦਾ ਪੁੱਤਰ ਬਣਾਇਆ ਗਿਆ ਮੈਨੂੰ, ਤੇ ਉਦੋਂ ਬਾਅਦ ਜਿਹੜੇ ਬਣਦੇ ਪੈਸਿਆਂ ਦਾ ਤੈਅ ਸੌਦਾ ਹੋਇਆ ਸੀ, ਉਹ ਸੌਦਾ ਮੇਰੇ ਨਾਲ ਪੂਰਾ ਨਹੀਂ ਕੀਤਾ ਗਿਆ। ਪੇਸ਼ੈਂਟ ਤੋਂ 25 ਤੋਂ 30 ਲੱਖ ਲੈਣਾ, ਜਿਹੜਾ ਡੋਨੇਟ ਕਰ ਰਿਹਾ ਜਾਂ ਵੇਚ ਰਿਹਾ ਉਹਨੂੰ 4 ਤੋਂ 5 ਲੱਖ ਰੁਪਈਆ ਦੇਣਾ। ਬਾਕੀ ਸਾਰੇ ਪੈਸੇ ਕਿੱਥੇ ਕਿੱਥੇ ਕਿਵੇਂ ਕਿਵੇਂ ਵੰਡੇ ਜਾਂਦੇ ਆ ਆਪਾਂ ਤਫਸੀਲ ਦੇ ਨਾਲ ਪਹਿਲਾਂ ਦੱਸਤਾ। ਔਰ 2002 ਦਾ ਜਿਹੜਾ ਅੰਮ੍ਰਿਤਸਰ ਦਾ ਰੈਕਟ ਆਇਆ ਸੀਗਾ, ਉਹ 1 ਸਾਲ ਦੇ ਵਿੱਚ 150 ਕਰੋੜ ਦਾ ਰੈਕਟ ਸੀ। 150 ਕਰੋੜ ਉਹਨਾਂ ਵੇਲਿਆਂ ਦਾ 2002 ਦਾ 150 ਕਰੋੜ ਰੁਪਈਆ 1 ਸਾਲ ਦੀ ਜਿਹੜੀ ਉਹ ਮਤਲਬ ਐਡਾ ਵੱਡਾ ਮਤਲਬ ਉਹ ਜਾਲਸਾਜ਼ੀ ਚੱਲ ਰਹੀ ਹੈ, ਐਡੀ ਵੱਡੀ ਠੱਗੀ ਚੱਲ ਰਹੀ ਹੈ। ਤਾਂ ਸੋਚਣਾ ਬਣਦਾ, ਸਾਨੂੰ ਆਪ ਅਵੇਅਰ ਹੋਣਾ ਪਏਗਾ। ਪਹਿਲੀ ਗੱਲ ਤਾਂ ਜਿਹੜੇ ਵੀ ਪੇਸ਼ੈਂਟ ਨੇ ਨੂਰ, ਉਹਨਾਂ ਨੂੰ ਇਹ ਗੱਲ ਸਮਝਣੀ ਪਏਗੀ ਕਿ ਕੁਦਰਤ ਨੇ ਕੀਮਤੀ ਜਾਨ ਦਿੱਤੀ ਹੈ ਸਾਨੂੰ, ਇੱਕੋ ਇੱਕ ਮਨੁੱਖੀ ਜਾਮਾ ਮਿਲਿਆ ਸਾਨੂੰ। ਔਰ ਇਸ ਮਨੁੱਖੀ ਜਾਮੇ ਨੂੰ ਤੁਸੀਂ ਕੋਸ਼ਿਸ਼ ਕਰੋ ਕਿ ਜੇਕਰ 1 ਨੰਬਰ ਦੇ ਵਿੱਚ ਕਿਡਨੀ ਮਿਲਦੀ ਹੈ, ਪਹਿਲੀ ਗੱਲ ਤਾਂ ਤੁਹਾਡਾ ਰਿਸ਼ਤੇਦਾਰ, ਤੁਹਾਡੇ ਬਲੱਡ ਰਿਲੇਸ਼ਨ ਦਾ ਕੋਈ ਹੋਵੇ ਤਾਂ ਜ਼ਿਆਦਾ ਬਿਹਤਰ ਹੈ, ਕਿਉਂਕਿ ਆਪਣਿਆਂ ਨਾਲੋਂ ਵੱਧ ਪੀੜ ਆਪਣਿਆਂ ਦੀ ਕੌਣ ਜਾਣਦਾ। ਦੂਜੇ ਨੇ ਤਾਂ ਵੇਚ ਦੇਣੀ ਹੈ। ਇਸੇ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਹੁਣ ਤੋਂ ਕਈ ਸਾਲ ਪਹਿਲਾਂ ਤੱਕ, ਹੁਣ ਤੋਂ 4-5 ਸਾਲ ਪਹਿਲਾਂ ਤੱਕ ਤਾਂ ਅਵੇਅਰਨੈਸ ਆ ਗਈ ਹੈ। ਖੈਰ, ਉਦੋਂ ਪਹਿਲਾਂ ਬਲੱਡ ਡੋਨੇਸ਼ਨ ਦਾ ਬੜਾ ਚੱਲ ਰਿਹਾ ਸੀਗਾ। ਲੋਕ ਆਪਣੇ ਆਪ ਹਸਪੀਟਲ ਜਾਂਦੇ ਸੀਗੇ, ਬਲੱਡ ਡੋਨੇਸ਼ਨ ਦੇ ਨਾਂ ਦੇ ਉੱਤੇ ਖੂਨ ਕਢਾਉਂਦੇ ਸੀਗੇ, ਪੈਸੇ ਲੈਂਦੇ ਸੀਗੇ ਤੇ ਆਪਣਾ ਗੁਜ਼ਾਰਾ ਕਰਦੇ ਸੀਗੇ। ਜਾਂ ਨਸ਼ੇੜੀ ਜਿਹੜੇ ਨਸ਼ਾ ਕਰਨ ਵਾਲੇ ਨੇ, ਉਹ ਅਕਸਰ ਬਲੱਡ ਬੈਂਕਾਂ ਦੇ ਵਿੱਚ ਜਾਂਦੇ ਸੀਗੇ। ਬਲੱਡ ਬੈਂਕਾਂ ਦੇ ਕਰਮਚਾਰੀ ਉਹਨਾਂ ਨਾਲ ਮਿਲੇ ਹੁੰਦੇ ਸੀਗੇ, ਕਿਉਂਕਿ ਉਹਨਾਂ ਨੇ ਵੀ ਅੱਗੇ ਬਲੱਡ ਜਿਹੜਾ ਹੈ ਉਹ ਵੇਚਣਾ ਹੁੰਦਾ ਸੀ। ਲੋੜਵੰਦ ਜਿਹੜੇ ਮਰੀਜ਼ ਆਉਂਦੇ ਸੀਗੇ ਉਹਨਾਂ ਕੋਲੇ, ਨਸ਼ੇੜੀ ਜਾਂਦੇ ਸੀਗੇ, ਆਪਣਾ ਖੂਨ ਕਢਾਉਂਦੇ ਸੀਗੇ, ਬਣਦੇ ਜਿਹੜੇ ਪੈਸੇ ਹੁੰਦੇ ਸੀਗੇ, ਜਿਹੜਾ ਉਹਨਾਂ ਦਾ ਸੌਦਾ ਤੈਅ ਹੁੰਦਾ ਸੀ, ਉਹ ਪੈਸੇ ਲੈਂਦੇ ਸੀਗੇ ਤੇ ਆਪਣਾ ਮਤਲਬ ਫੁਰ ਤੇ ਆਪਣਾ ਨਸ਼ਾ ਕਰਕੇ ਫਿਰ ਸੈੱਟ। ਹਾਲਾਂਕਿ ਕਿਹਾ ਗਿਆ ਕਿ 3 ਮਹੀਨੇ ਤੋਂ ਪਹਿਲਾਂ ਤੁਸੀਂ ਖੂਨ ਨਹੀਂ ਕਢਾ ਸਕਦੇ, ਮਤਲਬ ਸਾਲ ਦੇ ਵਿੱਚ 4 ਵਾਰੀ। ਪਰੰਤੂ ਉਹ ਨਸ਼ੇੜੀਆਂ ਦਾ ਇਦਾਂ ਦਾ ਸਰਕਲ ਬਣਿਆ ਹੋਇਆ ਸੀਗਾ, ਜਾਂ ਇਹ ਐਡਾ ਵੱਡਾ ਨੈਕਸਸ ਚੱਲ ਰਿਹਾ ਸੀਗਾ ਕਿ 15-20 ਦਿਨਾਂ ਬਾਅਦ ਫੇਰ ਆ ਜਾਂਦੇ ਸੀਗੇ ਤੇ ਫੇਰ ਬਲੱਡ ਕਢਾ ਕੇ ਤੇ ਫਿਰ ਇਹ ਸਾਰਾ ਕੁਝ ਚੱਲ ਰਿਹਾ। ਮਤਲਬ ਜਦੋਂ ਸਾਡੇ ਸਿਸਟਮ ਦੇ ਵਿੱਚ ਆਹ ਸੱਚਾਈਆਂ ਪਈਆਂ ਨੇ ਤਾਂ ਫਿਰ ਅਸੀਂ ਕਿਹੜੇ ਦਗਮਜ਼ੇ ਮਾਰ ਰਹੇ ਹਾਂ, ਅਸੀਂ ਕਿਹੜੀਆਂ ਡੀਂਗਾਂ ਮਾਰ ਰਹੇ ਹਾਂ। ਔਰ ਦੂਜੀ ਗੱਲ, ਸਾਫ਼ ਔਰ ਸਪਸ਼ਟ ਤੌਰ ਦੇ ਉੱਤੇ ਮੌਜੂਦਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਬਹੁਤ ਚੰਗਾ ਕੰਮ ਕਰ ਰਹੀ ਹੈ ਸਰਕਾਰ। ਸਰਕਾਰੀ ਹਸਪਤਾਲਾਂ ਦੇ ਵਿੱਚ ਸਿਸਟਮ ਨੂੰ ਸੁਧਾਰਨ ਦਾ ਯਤਨ ਕੀਤਾ ਜਾ ਰਿਹਾ। ਡਾਕਟਰ ਬਲਬੀਰ ਜਿਹੜੇ ਨੇ ਉਹ ਆਪ ਖੁਦ ਆਈ ਸਰਜਨ ਰਹੇ ਨੇ, ਇਸ ਕਿੱਤੇ ਨਾਲ ਜੁੜੇ ਹੋਏ ਨੇ। ਸਰਕਾਰੀ ਹਸਪਤਾਲਾਂ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਉਸ ਨੂੰ ਹੋਰ ਵਧਾਓ। ਇਹ ਜੇਕਰ ਉਸ ਦੇ ਵਿੱਚ ਚੰਗੇ ਤਰੀਕੇ ਨਾਲ ਕਿਡਨੀ ਟ੍ਰਾਂਸਪਲਾਂਟ ਦੀ ਜਿਹੜੀਆਂ ਸੁਵਿਧਾਵਾਂ ਨੇ ਉਹ ਅਵੇਲੇਬਲ ਹੋ ਸਕਣਗੀਆਂ ਤਾਂ ਲੋਕਾਂ ਨੂੰ ਇਹ ਜਿਹੜੇ ਪ੍ਰਾਈਵੇਟ ਹਸਪੀਟਲ ਨੇ, ਜਿਹੜੇ ਹਸਪਤਾਲਾਂ ਦੇ ਨਾਂ ਤੇ ਮੈਂ ਅਕਸਰ ਕਹਿੰਦਾ ਕਿ 5 ਤਾਰਾ ਹੋਟਲਾਂ ਵਰਗੇ ਹਸਪਤਾਲ ਨੇ। ਤੁਸੀਂ ਆਪਣੇ ਆਫਿਸ ਦੇ ਨੇੜੇ ਹੀ ਨਵਾਂ ਖੁੱਲਿਆ ਨਾ ਇੱਕ, ਜਾ ਕੇ ਵੇਖੋ ਉਹ ਹਸਪੀਟਲ ਕਿਸੇ ਪਾਸਿਓਂ ਤੁਹਾਨੂੰ ਹਸਪਤਾਲ ਨਹੀਂ ਲੱਗਦੇ, ਉਹ ਤੁਹਾਡੀ ਛਿੱਲ ਲਾਉਂਦੇ ਆ। ਇੱਕ ਆਪਾਂ ਕੱਲ ਵੀ ਚਰਚਾ ਕਰ ਰਹੇ ਸੀਗੇ, ਹਸਪੀਟਲਾਂ ਦੇ ਵਿੱਚ ਇੱਕ ਨਵਾਂ ਧੰਦਾ ਚੱਲ ਪਿਆ। ਉਹ ਧੰਦਾ ਇਹ ਚੱਲ ਪਿਆ ਕਿ ਪੇਸ਼ੈਂਟ ਜਿਹੜਾ ਉਹਨੂੰ ICU ਦੇ ਵਿੱਚ ਲੈ ਜਾਂਦੇ ਆ, ਪਰਿਵਾਰ ਵਾਲਿਆਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਪਰਿਵਾਰ ਵਾਲੇ ਸਿਰਫ ਇਦਾਂ ਜੇ ਦੇਖ ਲੈਂਦੇ ਆ, ਉਹ ਜਿਹੜਾ ਇੱਕ ਮੌਕਾ ਜਿਹਾ ਬਣਾਇਆ ਹੁੰਦਾ ਸ਼ੀਸ਼ੇ ਦੇ ਵਿੱਚ ਦੀ ਦੇਖ ਲੈਂਦੇ ਆ। ਉਹਨਾਂ ਨੂੰ ਲੱਗਦਾ ਕਿ ਸਾਡਾ ਪੇਸ਼ੈਂਟ ਸ਼ਾਇਦ ਉਹਦੇ ਸਾਹ ਚੱਲ ਰਹੇ ਆ। ਇਹ ਕਹਿੰਦੇ ਨੇ ਕਿ ਬਹੁਤ ਸੈਂਸਿਟਿਵ ਹੈ ਜੀ ਇਸ਼ੂ, ਤੁਹਾਡਾ ਪੇਸ਼ੈਂਟ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ। ਇਹ ਪਤਾ ਲੱਗਿਆ, ਖਬਰਾਂ ਇਹ ਆਈਆਂ ਨੇ ਕਿ
ਮਰੀਜ਼ ਦੇ ਪਰਿਵਾਰ ਵਾਲਿਆਂ ਤੋਂ ਵੱਧ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਪੇਸ਼ੈਂਟ ਦੀ ਡੈਥ ਕਈ ਵਾਰੀ 36 ਘੰਟੇ ਪਹਿਲਾਂ ਹੋ ਚੁੱਕੀ ਹੁੰਦੀ ਹੈ, ਕਈ ਵਾਰੀ 24 ਘੰਟੇ ਪਹਿਲਾਂ ਹੋ ਚੁੱਕੀ ਹੁੰਦੀ ਹੈ। ਉਹ 24 ਘੰਟੇ ਜਾਂ 36 ਘੰਟਿਆਂ ਦਾ 2.5-3 ਲੱਖ ਰੁਪਈਆ ਬਿੱਲ ਹੋਰ ਬਣਾਉਣ ਦੇ ਚੱਕਰ ਦੇ ਵਿੱਚ ਪਰਦੇ ਦੇ ਵਿੱਚ ਰੱਖਿਆ ਜਾਂਦਾ, ਹਨੇਰੇ ਦੇ ਵਿੱਚ ਰੱਖਿਆ ਜਾਂਦਾ। ਉਹ ਤਥਾ ਕਥਿਤ ਜਿਹੜੇ ICU ਬਣਾਏ ਹੋਏ ਨੇ ਉਹਨਾਂ ਦੇ ਵਿੱਚ ਰੱਖ ਕੇ ਉਹਨਾਂ ਦੀ ਛਿੱਲ ਲਾਈ ਜਾਂਦੀ ਹੈ। ਇਹ ਤਾਂ ਸਾਡਾ ਮਿਆਰ ਹੋ ਗਿਆ। ਜੇਕਰ ਸਰਕਾਰੀ ਹਸਪਤਾਲਾਂ ਦੀਆਂ ਸੁਵਿਧਾਵਾਂ ਬਿਹਤਰ ਹੋ ਜਾਣਗੀਆਂ ਨੂਰ ਜੀ, ਤਾਂ ਜ਼ਰੂਰਤ ਨਹੀਂ ਪਏਗੀ। ਮੈਂ ਆਪ ਇਹ ਗੱਲ ਦਾ ਗਵਾਹ ਹਾਂ ਕਿ ਮੇਰੇ ਮਿਸਿਸ ਜਦੋਂ ਪ੍ਰੈਗਨੈਂਟ ਸੀਗੇ, ਉਹਨਾਂ ਦਾ ਸਾਰਾ ਟ੍ਰੀਟਮੈਂਟ ਸਾਡੇ ਆਪਣੇ ਸ਼ਹਿਰ ਦੇ ਸਿਵਲ ਹਸਪਤਾਲ ਦੇ ਵਿੱਚੋਂ ਚੱਲਿਆ, ਔਰ ਡਾਕਟਰ ਬਹੁਤ ਕਮਾਲ ਦੇ ਸੀਗੇ ਜਿਹੜੇ ਉਹ ਜਿਹੜੇ ਸਰਜਨ ਸੀਗੇ, ਔਰ ਅਸੀਂ ਸਾਰਾ ਟ੍ਰੀਟਮੈਂਟ ਉਹਨਾਂ ਤੋਂ ਲਿਆ। ਉਹ ਗੱਲ ਦੂਸਰੀ ਹੈ ਕਿ ਜਦੋਂ ਤੱਕ ਮੇਰੀ ਬੇਟੀ ਨੇ ਪੈਦਾ ਹੋਣਾ ਸੀਗਾ, ਉਹ ਡਾਕਟਰ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਚੁੱਕੇ ਸੀਗੇ, ਤੇ ਫਿਰ ਸਾਨੂੰ, ਕਿਉਂਕਿ ਸਾਡਾ ਫੇਥ ਉਸ ਸਰਕਾਰੀ ਡਾਕਟਰ ਦੇ ਉੱਤੇ ਬਣਿਆ ਹੋਇਆ ਸੀਗਾ, ਫਿਰ ਸਾਨੂੰ ਉਹਨਾਂ ਕੋਲੋਂ ਪ੍ਰਾਈਵੇਟ ਤੌਰ ਦੇ ਉੱਤੇ ਸਰਜਰੀ ਕਰਾਉਣੀ ਪਈ ਸੀਗੀ। ਬਾਕੀ ਉਹਨਾਂ ਨੇ ਸਾਰਾ ਟ੍ਰੀਟਮੈਂਟ ਸਰਕਾਰੀ ਹਸਪਤਾਲ 'ਚ ਬਹੁਤ ਵਧੀਆ ਤਰੀਕੇ ਨਾਲ ਕੰਡਕਟ ਕੀਤਾ ਸੀ। ਸੋ ਜੇਕਰ ਸਰਕਾਰੀ ਹਸਪਤਾਲ ਬਿਹਤਰ ਹੋ ਜਾਣਗੇ, ਸਿਹਤ ਸੁਵਿਧਾਵਾਂ ਬਿਹਤਰ ਹੋ ਜਾਣਗੀਆਂ, ਔਰ ਜਿਹੜੇ ਕਾਨੂੰਨ ਦੇ ਰਖਵਾਲੇ ਨੇ, ਚਾਹੇ ਉਹ ਵਕੀਲ ਨੇ ਚਾਹੇ ਪੁਲਿਸ ਆਫੀਸਰ ਨੇ, ਜੇਕਰ ਉਹ ਕਾਨੂੰਨ ਦੇ ਸਹੀ ਰਖਵਾਲੇ ਬਣ ਕੇ ਕੰਮ ਕਰਨਗੇ, ਔਰ ਡਾਕਟਰ, ਹੱਥ ਬੰਨ੍ਹ ਕੇ ਬੇਨਤੀ ਹੈ, ਤੁਹਾਨੂੰ ਰੱਬ ਦਾ ਦਰਜਾ ਦਿੱਤਾ ਗਿਆ। ਰੱਬ ਸੱਚਮੁੱਚ ਬਹੁਤ ਵੱਡਾ ਨਾਮ ਹੈ ਤੇ ਬਹੁਤ ਵੱਡਾ ਦਰਜਾ ਹੈ। ਤੁਸੀਂ ਉਸ ਦਰਜੇ ਨੂੰ ਬਰਕਰਾਰ ਰੱਖੋ। ਇਹ ਪੈਸਾ ਨਾਲ ਨਹੀਂ ਜਾਣਾ, ਇੰਨੀਆਂ ਜੇਬਾਂ ਭਰ ਕੇ ਨਹੀਂ ਜਾਣੀਆਂ। ਉਹ ਕਥਨ ਹੈ ਨਾ ਕਿ ਜਾਂਦੇ ਹੋਏ ਤਾਂ ਸਿਕੰਦਰ ਨੇ ਵੀ ਆਪਣੇ ਹੱਥ ਬਾਹਰ ਕਢਵਾਏ ਸੀਗੇ ਕਿ ਦੁਨੀਆ ਵੇਖੇ ਮੈਂ ਸਾਰੀ ਦੁਨੀਆ ਜਿੱਤ ਕੇ ਵੀ ਖਾਲੀ ਹੱਥ ਚੱਲਿਆ। ਸੋ ਖਾਲੀ ਹੱਥ ਜਾਣਾ ਪੈ ਜਾਣਾ, ਪਰੰਤੂ ਜ਼ਮੀਰ ਦੀ ਆਵਾਜ਼ ਸੁਣ ਕੇ ਜੇਕਰ ਚੇਤਨਤਾ, ਜੇਕਰ ਜਾਗਰੂਕਤਾ ਆਉਂਦੀ ਹੈ, ਤਾਂ ਸਾਡਾ ਇਹ ਇੰਪੈਕਟ ਪ੍ਰੋਗਰਾਮ ਕਰਨ ਦਾ ਇੰਪੈਕਟ ਸ਼ਾਇਦ ਕੋਈ ਚੰਗਾ ਪੈ ਜਾਵੇ।